ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਆਪ ਉਸ ਪਿਤਾ ਦੀ ਬਾਣੀ ਸੁਬਹ ਤੋਂ ਸਰਵਣ ਕਰ ਰਹੇ ਹੋ। ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਉਸ ਤੋਂ ਬਾਅਦ ਦੋਨਾਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਜਾਪ। ਉਸ ਪਿਤਾ ਦੇ ਨਾਮ ਦੀ ਬਾਰਿਸ਼ ਹੋਈ ਹੈ। ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੇ ਨਾਲ ਅੱਗੇ ਜੁੜੀਏ। ਆਓ ਸਭ ਤੋਂ ਪਹਿਲਾਂ 18ਵੀਂ ਪੌੜੀ ਦਾ ਜੋ ਪਾਠ ਸਰਵਣ ਕਰੋ। असंख मूर्ख अंध कोर, असंख चोर हराम खोर, असंख अमर कर जा है जोर, असंख गलवड हत्या कमाहै, असंख पापी पाप कर जाहै, असंख कुड़ियार कूड़े फेरा है, असंख कूड़े फेरा है, असंख मलेश मल पख खाहै, असंख निंदक सिर करै पार, नानक नीच कहे विचार, वारया न जावा एक वार, जो तुद पावै साई भलीकार, तू सदा सलामत निरंकार। वाहिगुरु जी का खालसा, वाहिगुरु जी की फतेह। परम पिता दी अनमोल बाणी। पिता जी ने जिथे भगती करन वालियां दा, उस प्रभु दे नाल जुड़न वालियां दा जिक्र कीता सी 17ਵੀਂ पौड़ी दे विच। ਉਹ ਰੱਬ ਦੇ ਨਾਲ ਜੁੜਨ ਵਾਲਿਆਂ ਦੀ ਗੱਲ ਸੀ। 18ਵੀਂ ਪੌੜੀ ਦੇ ਵਿੱਚ ਲੱਭ ਨਾਲ ਜੁੜਨ ਵਾਲਿਆਂ ਦੀ ਗੱਲ ਪਿਤਾ ਜੀ ਕਰ ਰਹੇ ਹਨ। ਗੁਰੂ ਸਾਹਿਬ ਦਾ ਬਚਨ ਹੈ, ਤੁਝ ਤੇ ਹੋਏ ਲੱਖ ਦਰਿਆਓ। ਉਸ ਦੇ ਕੁਹਾਓ ਤੋਂ ਜ਼ਿੰਦਗੀਆਂ ਦੇ ਲੱਖਾਂ ਦਰਿਆ ਬਹਿ ਗਏ। ਇੱਥੇ ਗੱਲ ਉੱਤਮ ਤੇ ਨੀਚ ਦੀ ਹੈ। ਕੁਝ ਦਰਿਆ ਜੋ ਐਸੇ ਹਨ, ਜੋ ਪਾਵਨ ਹਨ, ਪਵਿੱਤਰ ਹਨ, ਜਿਨ੍ਹਾਂ ਦੇ ਕੋਲ ਬੈਠ ਕੇ ਸਾਨੂੰ ਸਵਰਗ ਦਾ ਨਜ਼ਾਰਾ ਮਿਲਦਾ ਹੈ। ਜਿਨ੍ਹਾਂ ਦਰਿਆਵਾਂ ਦੀ ਸੀਤਲਤਾ, ਜਿਨ੍ਹਾਂ ਦਾ ਉਹ ਸੁਭਾਵਕ, ਉਹ ਮਨਮੋਹਕ ਦ੍ਰਿਸ਼ ਆਦਮੀ ਦੇ ਮਨ ਨੂੰ ਸ਼ਾਂਤ ਕਰਦਾ ਹੈ। ਦੂਸਰੇ ਪਾਸੇ ਗੰਦੇ ਨਾਲੇ ਵੀ ਵਗਦੇ ਹਨ, ਜਿਨ੍ਹਾਂ ਦੇ ਕੋਲ ਗੁਜ਼ਰਦਿਆਂ ਸੜਾਂਤ ਬਦਬੂ ਆਉਂਦੀ ਹੈ। ਇਹ ਦੋਵੇਂ ਚੀਜ਼ਾਂ ਹੀ ਨਾਲ ਨਾਲ ਚੱਲਦੀਆਂ ਹਨ ਇਸ ਸੰਸਾਰ ਦੇ ਵਿੱਚ। ਜਿੱਥੇ ਗੁਣ ਹੈ ਉੱਥੇ ਅਵਗੁਣ ਵੀ ਹੈ, ਜਿੱਥੇ ਅੰਮ੍ਰਿਤ ਹੈ ਉੱਥੇ ਬਿਖ ਵੀ ਹੈ। ਪਹਿਲੇ ਜਪੀਆਂ ਦੀ ਗੱਲ ਕੀਤੀ ਸੀ। ਹੁਣ ਜੋ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਹੈ, ਅਸੰਖ ਮੂਰਖ। ਬਹੁਤ ਸਾਰੇ ਮੂਰਖ ਜ਼ਿੰਦਗੀ ਦੇ ਵਿੱਚ ਮਿਲਣਗੇ। ਗੁਰੂ ਸਾਹਿਬ ਕਹਿੰਦੇ ਹਨ, ਮੂਰਖ ਕੌਣ ਹੈ? ਜੋ ਕਿਸੇ ਦਾ ਮੂੰਹ ਰੱਖ ਕੇ ਗੱਲ ਕਰਦਾ ਹੈ, ਜਾਂ ਗੱਲ ਕਰਨ ਲੱਗਿਆਂ ਆਪਣੇ ਵਿਚਾਰ ਨਹੀਂ, ਆਪਣਾ ਮੂੰਹ ਹੀ ਅੱਗੇ ਰੱਖਦਾ ਹੈ, ਜਾਂ ਜਿਸ ਦੇ ਪਾਸ ਵਿਚਾਰਾਂ ਦੀ ਘਾਟ ਹੁੰਦੀ ਹੈ, ਸਮਰੱਥਾ ਦੀ ਘਾਟ ਹੁੰਦੀ ਹੈ, ਪਰ ਆਪਣੇ ਆਪ ਨੂੰ ਅੱਗੇ ਰੱਖਦਾ ਹੈ, ਉਸ ਨੂੰ ਮੂਰਖ ਕਹਿੰਦੇ ਹਨ। ਉਹ ਜ਼ਿੰਦਗੀਆਂ ਅੰਧੇਰੇ ਦੇ ਵਿੱਚ ਬਹੁਤ ਚੱਲ ਰਹੀਆਂ ਨੇ। ਜਿਸ ਤਰ੍ਹਾਂ ਮੱਸਿਆ ਦੀ ਰਾਤ ਹੈ, ਇਨਸਾਨ ਨੂੰ ਆਪਣਾ ਹੀ ਹੱਥ ਨਹੀਂ ਦਿਸਦਾ। ਇਸੇ ਤਰ੍ਹਾਂ ਐਸੇ ਬਹੁਤ ਸਾਰੇ ਜੀਵਨ ਹਨ ਜੋ ਹਨੇਰੇ ਦੇ ਵਿੱਚ ਹਨ, ਜੋ ਅੰਧਕਾਰ ਦੇ ਵਿੱਚ ਚੱਲ ਰਹੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ, ਜੋ ਚਮਗਿੱਦੜ ਹੈ, ਸੰਪਤ ਦੌਲ ਝੂਲ ਸੰਗ ਝੂਲਤ, ਮਾਇਆ ਮਗਨ ਫਿਰਤ ਕੁਗਨਾ, ਕੁਗਨਾ ਕੁੱਗੂ ਉੱਲੂ। ਉਹ ਜੋ ਹੈ, ਉਸ ਦੇ ਅੱਗੇ ਜਿਤਨਾ ਵੀ ਚਾਨਣ ਕਰ ਦਈਏ, ਚਾਹੇ ਹਜ਼ਾਰਾਂ ਸੂਰਜ ਨਿਕਲ ਆਉਣ,
ਉਸ ਨੂੰ ਦਿਖਾਈ ਨਹੀਂ ਦੇਵੇਗਾ, ਉਸ ਦੇ ਲਈ ਅੰਧਕਾਰ ਬਣਿਆ ਰਹੇਗਾ। ਇਸ ਤਰ੍ਹਾਂ ਜੋ ਮੂਰਖ ਹੈ ਉਸ ਦੇ ਲਈ ਜੀਵਨ ਦੇ ਵਿੱਚ ਅੰਧਕਾਰ ਬਣਿਆ ਰਹਿੰਦਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਅੰਧਕੋਰ, ਬਹੁਤ ਹੀ ਅੰਧਕੋਰ ਵਾਲੇ ਵੀ ਜੀਵਨ ਹਨ। ਅੰਧਕੋਰ ਮੂਰਖ ਨੂੰ ਸਮਝਾਈਏ ਤੇ ਉਹ ਸਮਝ ਜਾਂਦਾ ਹੈ, ਪਰ ਕਈ ਅੰਧਕੋਰ ਹੁੰਦੇ ਹਨ। ਅੰਧਕੋਰ ਮੂਰਖ ਕੌਣ ਹੁੰਦਾ ਹੈ? ਜੋ ਕਿਸੇ ਦੇ ਸਮਝਾਏ ਤੇ ਵੀ ਨਹੀਂ ਸਮਝਦਾ, ਜੋ ਗੁਰੂ ਦਰ ਤੇ ਆ ਕੇ ਵੀ, ਜੋ ਗੁਰੂ ਦੀ ਗੱਲ ਨੂੰ ਵੀ ਨਹੀਂ ਮੰਨਦਾ, ਉਸ ਨੂੰ ਅੰਧਕੋਰ ਵਾਲਾ ਮੂਰਖ ਕਹਿੰਦੇ ਹਨ। ਜੇ ਗੁਰੂ ਘਰ ਦੇ ਵਿੱਚ ਆ ਕੇ ਵੀ ਆਪਣੀ ਚੀਜ਼ ਚਲਾਉਣਾ ਚਾਹੁੰਦਾ ਹੈ, ਉਸ ਗੁਰੂ ਦੇ ਹੁਕਮ ਨੂੰ ਨਹੀਂ ਮੰਨਣਾ ਚਾਹੁੰਦਾ, ਉਹ ਅੰਧਕੋਰ ਦੀ ਜੀਵਨ ਜੋ ਹੈ ਉਹ ਜੀ ਰਿਹਾ ਹੈ। ਈਰਾਨ ਦਾ ਇੱਕ ਪ੍ਰਸਿੱਧ ਸੰਤ ਹੈ ਸ਼ੇਖ ਸ਼ਾਦੀ ਸਾਹਿਬ। ਉਹਨਾਂ ਦੇ ਬਚਨ ਹਨ, ਨਸੀਹਤ ਹਮਾ ਆਲਮ ਚੁਬਾਦੇ ਦਰ ਕਫਜ਼ ਅਸਤ, ਬੇਗੋਸ਼ੇ ਮਰਦ ਮੇ ਨਾਦਾਨ व ਆਬੇ ਦਰ ਗਰਬਾਲ। ਦੁਨੀਆ ਦੀਆਂ ਤਮਾਮ ਨਸੀਹਤਾਂ ਜਿਹੜੀਆਂ ਹਨ ਉਹ ਮੂਰਖਾਂ ਵਾਸਤੇ ਐਸੀਆਂ ਹਨ ਜਿਸ ਤਰ੍ਹਾਂ ਛਾਨਣੀ ਦੇ ਵਿੱਚ ਪਾਣੀ ਤੇ ਪਿੰਜਰੇ ਦੇ ਵਿੱਚ ਹਵਾ। ਪਿੰਜਰੇ ਦੇ ਵਿੱਚ ਹਵਾ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਔਰ ਛਾਨਣੀ ਦੇ ਵਿੱਚ ਪਾਣੀ ਨੂੰ ਨਹੀਂ ਰੱਖਿਆ ਜਾ ਸਕਦਾ। ਉਹ ਜੋ ਮੂਰਖ ਇਨਸਾਨ ਹੈ ਉਸ ਦਾ ਹਿਰਦਾ ਜੋ ਹੈ ਉਹ ਛਾਨਣੀ ਹੈ। ਉਸ ਦੇ ਵਿੱਚ ਕੋਈ ਵੀ ਚੀਜ਼, ਜਿੰਨੀਆਂ ਵੀ ਤਮਾਮ ਨਸੀਹਤਾਂ ਹਨ, ਉਹਦੇ ਵਿੱਚ ਕਦੇ ਨਹੀਂ ਠਹਿਰਦੀਆਂ ਜਿਸ ਤਰ੍ਹਾਂ ਪਾਣੀ ਛਾਨਣੀ ਦੇ ਵਿੱਚ ਨਹੀਂ ਠਹਿਰਦਾ ਹੈ। ਗੁਰੂ ਸਾਹਿਬ ਜੀ ਨੇ ਵੀ ਮੂਰਖ ਦੀ ਜੋ ਪਰਿਭਾਸ਼ਾ ਦਿੱਤੀ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਜੋ ਲੋਭ ਦੇ ਵਿੱਚ ਫਸਿਆ ਹੋਇਆ ਹੈ, ਚਾਹੇ ਉਹ ਕਿੰਨਾ ਵੀ ਪੜ੍ਹਿਆ ਲਿਖਿਆ ਹੋਇਆ ਹੈ, ਉਸ ਨੂੰ ਵੀ ਪਿਤਾ ਜੀ ਮੂਰਖ ਹੀ ਕਹਿੰਦੇ ਹਨ। ਜੋ ਉਸ ਪਿਤਾ ਦੀ ਗੱਲ ਤੇ ਨਹੀਂ ਚੱਲਦਾ, ਜੋ ਆਪਣੀ ਚਲਾਉਣਾ ਚਾਹੁੰਦਾ ਹੈ, ਉਹ ਮੂਰਖ ਹੈ। ਦੂਸਰਾ, ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜੋ ਆਪਣੇ ਧਨ ਦਾ, ਭੂਮੀ ਦਾ ਗੁਮਾਨ ਕਰਦਾ ਹੈ, ਆਪਣੇ ਗੁਣਾਂ ਦਾ ਹੰਕਾਰ ਕਰਦਾ ਹੈ, ਉਹ ਵੀ ਮੂਰਖ ਹੈ। ਫਰਮਾਉਂਦੇ ਹਨ, ਬੋਲਾ, ਗੁਰੂ ਸਾਹਿਬ ਫਰਮਾਉਂਦੇ ਹਨ, ਬੋਲਾ ਜੇ ਸਮਝਾਈਏ ਪੜ੍ਹੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਏ ਦੀਵੇ ਭਲੇ 50। ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਏ ਢਾਏ ਨਾ ਹੋਏ ਕਪਾਸ। ਜੇ ਅਸੀਂ ਬੋਲੇ ਨੂੰ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਪੜ੍ਹਾਉਣਾ ਚਾਹੀਏ, ਉਸ ਨੂੰ ਉਹਦੇ ਨਾਲ ਸਮਝਾਉਣਾ ਚਾਹੀਏ, ਵਿਅਰਥ ਹੈ। ਜੇ ਅੰਨੇ ਦੇ ਕੋਲ ਅਸੀਂ 50 ਦੀਵੇ ਬਾਲ ਦਈਏ, ਚਾਨਣ ਕਰ ਦਈਏ, ਉਹ ਵਿਅਰਥ ਹੈ। ਇਸੇ ਤਰ੍ਹਾਂ ਹੀ ਮੂਰਖ ਦੇ ਲਈ ਕਿਸੇ ਤਰ੍ਹਾਂ ਦੀ ਵੀ, ਕਿਸੇ ਵੀ ਆਲਮ ਦੀ ਜੋ ਵਿਧੀ ਹੈ, ਉਹ ਉਸ ਮੂਰਖ ਨੂੰ ਸਮਝਾ ਨਹੀਂ ਸਕਦੀ। ਜੋ ਅੰਧਕੋਰ ਵਾਲਾ ਮੂਰਖ ਹੁੰਦਾ ਹੈ, ਅਗਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਉਹ ਅੱਗੋਂ ਗਲ ਪੈਂਦਾ ਹੈ। ਉਹ ਅੱਗੋਂ ਲੜਾਈ ਕਰਨਾ ਚਾਹੁੰਦਾ ਹੈ, ਲੇਕਿਨ ਉਹ ਆਪਣੀ ਮੱਤ ਜਿਹੜੀ ਨਹੀਂ ਛੱਡਣਾ ਚਾਹੁੰਦਾ, ਉਸ ਨੂੰ ਕਹਿੰਦੇ ਹਨ ਅੰਧਕੋਰ ਦਾ ਜੋ ਮੂਰਖ ਹੈ। ਗੁਰੂ ਸਾਹਿਬ ਜੀ ਨੇ ਸੰਸਕ੍ਰਿਤੀ ਦੇ ਸ਼ਬਦਾਂ ਦੇ ਵਿੱਚ ਵੀ ਲੋਭ ਦੀ ਗੱਲ ਕੀਤੀ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰਾ, ਅਨਕ ਲਹਿਰੀ ਕਲੋਲ ਤੇ ਤਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਤ ਬਹੁ ਡੋਲ ਤੇ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਸਾਡਾ ਇਤਿਹਾਸ ਦੱਸਦਾ ਹੈ, ਗੰਗੂ ਬ੍ਰਾਹਮਣ ਗੁਰੂ ਜੀ ਦੇ ਕੋਲ ਅਨਾਥ ਹੋ ਕੇ ਆਇਆ ਸੀ, ਜਿਸ ਦਾ ਕੋਈ ਆਸਰਾ ਨਹੀਂ ਸੀ। ਗੁਰੂ ਸਾਹਿਬ ਦੇ ਕੋਲ ਪੜਨ ਵਾਲਾ ਗੰਗੂ, ਉਹ ਵੀ ਨਚ ਇਸ਼ਟ ਹੋ ਗਿਆ ਸੀ। ਨਚ ਮਿੱਤਰੰ, ਕਿ ਮਿੱਤਰਤਾ ਵੀ ਉਹਦੇ ਲਈ ਕੁਛ ਨਹੀਂ ਹੁੰਦੀ। ਜੋ ਉਸ ਲੱਭ ਦੇ ਵਿੱਚ ਪਿਆ ਹੋਇਆ ਹੈ, ਧਨ ਦੇ ਵਿੱਚ ਪਿਆ ਹੈ, ਉਸ ਨੂੰ ਕਿਸੇ ਵੀ ਤਰੀਕੇ ਨਾਲ ਧਨ ਆਉਣਾ ਚਾਹੀਦਾ ਹੈ। ਜੋ ਮੂਰਖ ਹੈ, ਜਿਸ ਦਾ ਜੋ ਤਰੀਕਾ ਹੈ ਧਨ ਕਮਾਉਣ ਦਾ, ਨਚ ਮਿੱਤਰੰ, ਉਸ ਦੇ ਲਈ ਮਿੱਤਰਤਾ, ਜੋ ਵੀ ਬੇਵਫਾਈ ਦਾ ਜਿੰਨਾ ਵੀ ਕੰਮ ਹੁੰਦਾ ਹੈ, ਉਹ ਲੋਭ ਦੇ ਵਿੱਚ ਆ ਕੇ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਨਚ ਇਸ਼ਟੰ। ਇੱਥੇ ਜੋ ਗੰਗੂ ਬ੍ਰਾਹਮਣ ਹੈ, ਉਹ ਨਚ ਇਸ਼ਟੰ ਹੋ ਗਿਆ ਹੈ। ਲੋਭ ਦੇ ਵਿੱਚ ਆ ਕੇ ਨਚ ਇਸ਼ਟੰ ਦਾ ਮਤਲਬ ਹੈ ਪਰਮਾਤਮਾ ਦੇ ਨਾਲ ਧੋਖਾ। ਜਿਸ ਗੰਗੂ ਬ੍ਰਾਹਮਣ ਨੇ ਗੁਰੂ ਸਾਹਿਬ ਦੇ ਕੋਲ ਪੜ੍ਹਿਆ, ਉਸ ਨੂੰ ਬਜ਼ੁਰਗ ਮਾਤਾ ਗੁਜਰੀ ਜੀ ਦਾ ਪਿਆਰ ਨਜ਼ਰ ਨਹੀਂ ਆਇਆ, ਲੱਭ ਦੇ ਅੱਗੇ ਅੰਨਾ ਹੋ ਗਿਆ। ਜਿਨ੍ਹਾਂ ਬੱਚਿਆਂ ਨੂੰ ਉਹਨਾਂ ਨੇ ਕਦੇ ਕਿਤੇ ਉਹਨਾਂ ਦੇ ਬੁਰਕੀਆਂ ਮੂੰਹ ਦੇ ਵਿੱਚ ਪਾਈਆਂ ਹੋਣਗੀਆਂ, ਰਸੋਈਆ ਹੋਣ ਦੇ ਨਾਤੇ, ਉਹਨਾਂ ਦਾ ਵੀ ਉਹਨਾਂ ਨੂੰ ਖਿਆਲ ਨਹੀਂ ਆਇਆ। ਉਹ ਲੱਭ ਦੇ ਵਿੱਚ ਉਹ ਨਚ ਇਸ਼ਟੰ ਹੋ ਗਿਆ। ਇੱਥੋਂ ਤੱਕ ਹੀ ਨਹੀਂ, ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਜੋ ਲੋਭੀ ਇਨਸਾਨ ਹੈ, ਜੋ ਮੂਰਖ ਹੈ, ਜੋ ਲੋਭ ਦੇ ਵਿੱਚ ਪਿਆ ਹੋਇਆ ਹੈ, ਉਹ ਜੋ ਹੈ ਉਹ ਆਪਣੇ ਮਾਤਾ ਪਿਤਾ ਦੀ ਵੀ ਲੱਜਿਆ ਨਹੀਂ ਕਰਦਾ।
ਧਨ ਭੂਮੀ ਜਾਇਦਾਦ ਦੇ ਵਾਸਤੇ ਆਪਣੇ ਭੈਣਾਂ ਭਰਾਵਾਂ ਤੱਕ ਨੂੰ ਕਤਲ ਕਰ ਦਿੰਦਾ ਹੈ, ਆਪਣੇ ਮਾਤਾ ਪਿਤਾ ਤੱਕ ਨੂੰ ਵੀ ਕਤਲ ਕਰ ਦਿੰਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਇਹ ਜੋ ਲੋਭ ਹੈ ਇਹ ਮੂਰਖ ਦੀ ਨਿਸ਼ਾਨੀ ਹੈ। ਬਹੁਤ ਸਾਰੀਆਂ ਮੂਰਖ ਦੀਆਂ ਜੋ ਨਿਸ਼ਾਨੀਆਂ ਗੁਰੂ ਸਾਹਿਬ ਦੱਸਦੇ ਹਨ ਕਿ ਅੰਧਕੋਰ ਦੇ ਮੂਰਖ ਜੋ ਹਨ ਉਹ ਕਿਸੇ ਤਰ੍ਹਾਂ ਵੀ ਉਹਨਾਂ ਦਾ ਕੰਮ ਹੈ ਧਨ ਨੂੰ ਕਮਾਉਣਾ, ਔਰ ਕਿਸੇ ਤਰ੍ਹਾਂ ਵੀ ਧਨ ਜੋ ਹੈ ਉਹਨਾਂ ਦੇ ਕੋਲ ਆ ਜਾਵੇ। ਪਰਾਇਆ ਧਨ ਦੇਖ ਕੇ ਜੋ ਮੋਹਿਤ ਹੁੰਦਾ ਹੈ, ਗੁਰੂ ਸਾਹਿਬ ਦਾ ਫਰਮਾਨ ਹੈ, ਅਸੰਖ ਚੋਰ ਹਰਾਮਖੋਰ। ਜੋ ਚੋਰ ਹੈ, ਚੋਰ ਕਈ ਤਰ੍ਹਾਂ ਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਜਿਸ ਤਰ੍ਹਾਂ ਧਨ ਕਮਾਉਣ ਦੇ ਕਈ ਤਰੀਕੇ ਹਨ, ਉਸ ਪਰਮਾਤਮਾ ਨੂੰ ਜਪਣ ਦੇ ਕਈ ਤਰ੍ਹਾਂ ਦੇ ਤਰੀਕੇ ਹਨ, ਉਸ ਤਰ੍ਹਾਂ ਚੋਰ ਜੋ ਹੈ, ਚੋਰ ਕੌਣ ਹੈ? ਜੋ ਪਰਾਇਆ ਧਨ ਦੇਖ ਕੇ ਮੋਹਿਤ ਹੁੰਦਾ ਹੈ, ਉਹ ਲਾਜ਼ਮੀ ਚੋਰ ਬਣ ਜਾਂਦਾ ਹੈ। ਚਾਹੇ ਉਸਨੇ ਮਨ ਦੇ ਤਰੀਕੇ ਦੇ ਨਾਲ ਹੀ ਕਿਤੇ ਚੋਰੀ ਦੀ ਭਾਵਨਾ ਬਣਾਈ ਹੈ, ਪਰ ਅਗਰ ਉਸਨੂੰ ਕਿਤੇ ਮੌਕਾ ਮਿਲੇ ਤੇ ਉਹ ਤਨ ਦੇ ਨਾਲ ਵੀ ਚੋਰੀ ਜ਼ਰੂਰ ਕਰੇਗਾ, ਉਹ ਜ਼ਰੂਰ ਚੋਰ ਬਣੇਗਾ ਜਿਸ ਦੇ ਮਨ ਦੇ ਵਿੱਚ ਲਾਲਚ ਹੈ। ਬਹੁਤ ਸਾਰੇ ਚੋਰ ਐਸੇ ਹਨ ਜੋ ਸਾਨੂੰ ਸ਼ਰੀਫ ਨਜ਼ਰ ਆਉਂਦੇ ਹਨ, ਉਹਨਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਚੋਰ ਬਣਨ ਦਾ। ਅਗਰ ਮੌਕਾ ਮਿਲਦਾ ਤੇ ਬਹੁਤ ਸਾਰੇ ਐਸੇ ਚੋਰ ਜਿਨ੍ਹਾਂ ਦੀ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਗੱਲ ਕਰ ਰਹੇ ਹਨ, ਐਸੇ ਚੋਰ ਬਣਦੇ, ਐਸੇ ਬਦਮਾਸ਼ ਬਣਦੇ, ਮੌਕਾ ਹੀ ਨਹੀਂ ਮਿਲਿਆ। ਸ਼ਰਾਫਤ ਜੋ ਹੈ ਹਮੇਸ਼ਾ ਹੀ ਕਮਜ਼ੋਰਾਂ ਦੇ ਕੋਲ ਹੁੰਦੀ ਹੈ, ਲੇਕਿਨ ਸ਼ਰਾਫਤ ਜੋ ਹੈ ਉਹ ਤਾਕਤਵਰ ਦੇ ਕੋਲ ਹੋਣੀ ਚਾਹੀਦੀ ਹੈ, ਤਾਂ ਕੰਮ ਕਰਦੀ ਹੈ। ਸ਼ਰਾਫਤ ਤਾਂ ਕੰਮ ਕਰਦੀ ਹੈ ਜੇ ਤੁਹਾਡੇ ਕੋਲ ਪਾਵਰ ਹੈ, ਸਮਰੱਥਾ ਹੈ, ਉਹ ਚੀਜ਼ ਕਰ ਸਕਦੇ ਹੋ, ਪਰ ਮਨ ਦੇ ਵਿੱਚ ਭਾਵ ਹੀ ਪੈਦਾ ਨਾ ਹੋਵੇ। ਚੋਰੀ ਦੀ ਮਨ ਦੇ ਵਿੱਚ ਭਾਵਨਾ ਹੀ ਪੈਦਾ ਨਾ ਹੋਏ। ਤੁਹਾਡੇ ਕੋਲ ਸਮਰੱਥਾ ਹੈ ਚੋਰੀ ਕਰਨ ਦੀ, ਪਰ ਮਨ ਦੇ ਵਿੱਚ ਕਦੇ ਭਾਵਨਾ ਹੀ ਪੈਦਾ ਨਾ ਹੋਵੇ। ਬਦਮਾਸ਼ ਬਣ ਸਕਦੇ ਹੈ, ਭਾਵਨਾ ਹੀ ਮਨ ਦੇ ਵਿੱਚ ਪੈਦਾ ਨਾ ਹੋਵੇ। ਚੋਰ ਕਈ ਪ੍ਰਕਾਰ ਦੇ ਹਨ, ਧਨ ਦੇ ਚੋਰ, ਰੂਪ ਦੇ ਚੋਰ, ਵਿਚਾਰਾਂ ਦੇ ਚੋਰ, ਖਿਆਲਾਂ ਦੇ ਚੋਰ ਜੋ ਸੰਸਾਰ ਦੇ ਵਿੱਚ ਮੌਜੂਦ ਹਨ। ਚੋਰ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜਿਸ ਨੂੰ ਛੋਟਾ ਮੌਕਾ ਮਿਲਿਆ ਉਸਨੇ ਛੋਟੀ ਚੋਰੀ ਕਰ ਲਈ, ਜਿਸ ਨੂੰ ਵੱਡਾ ਮੌਕਾ ਮਿਲਿਆ ਉਸਨੇ ਵੱਡੀ ਚੋਰੀ ਕਰ ਲਈ। ਜਿਸ ਨੂੰ ਛੋਟਾ ਮੌਕਾ ਮਿਲਿਆ ਉਸਨੇ ਇੱਕ ਵਿਅਕਤੀ ਦੀ ਜੇਬ ਕੱਟ ਲਈ, ਔਰ ਜਿਸ ਨੂੰ ਵੱਡਾ ਮੌਕਾ ਮਿਲਿਆ ਉਸਨੇ ਸਾਰਾ ਦੇਸ਼ ਲੁੱਟ ਕੇ ਖਾ ਲਿਆ। ਇਸ ਲਈ ਕੋਈ ਵੀ ਚੋਰ ਵੱਡਾ ਜਾਂ ਛੋਟਾ ਨਹੀਂ ਹੈ। ਜਿਤਨਾ ਕਿਸੇ ਨੂੰ ਮੌਕਾ ਮਿਲਿਆ ਉਤਨਾ ਹੀ ਉਸਨੇ ਉਸ ਦਾ ਇਸਤੇਮਾਲ ਕੀਤਾ। ਅੱਜ ਵੀ ਹਲਾਕੂ, ਚੰਗੇਜ਼ ਖਾਨ, ਔਰੰਗਜ਼ੇਬ ਔਰ ਹਿਟਲਰ ਬਹੁਤ ਹਨ ਦੁਨੀਆ ਦੇ ਵਿੱਚ, ਸਿਰਫ ਮੌਕਾ ਹੀ ਨਹੀਂ ਮਿਲਦਾ। ਅੱਜ ਮੌਕਾ ਮਿਲੇ ਬਹੁਤ ਸਾਰੇ ਹਲਾਕੂ ਪੈਦਾ ਹੋ ਸਕਦੇ ਹਨ, ਬਹੁਤ ਸਾਰੇ ਔਰੰਗਜ਼ੇਬ ਪੈਦਾ ਹੋ ਸਕਦੇ ਹਨ, ਪਰ ਜੇ ਮੌਕਾ ਮਿਲੇ। ਇਸ ਲਈ ਜੋ ਚੋਰ ਹਨ, ਗੁਰੂ ਸਾਹਿਬ ਕਹਿੰਦੇ ਹਨ ਬਹੁਤ ਸਾਰੇ ਚੋਰ ਹਨ। ਅਸੰਖ ਚੋਰ ਹਰਾਮਖੋਰ। ਹਰਾਮਖੋਰ ਕੌਣ ਹੁੰਦਾ ਹੈ? ਜੋ ਦੂਸਰੇ ਦੀ ਚੀਜ਼ ਦੇ ਉੱਤੇ ਲਾਲਚ ਕਰਦਾ ਹੈ। ਚੀਜ਼ ਦੂਸਰੇ ਦੀ ਹੈ, ਮੋਰ ਆਪਣੀ ਲਾ ਲੈਣੀ। ਤਨ ਕਿਸੇ ਦਾ ਹੈ, ਮੋਰ ਆਪਣੀ ਲਾ ਲੈਣੀ। ਸੰਪਦਾ ਕਿਸੇ ਦੀ ਹੈ, ਮੋਰ ਆਪਣੀ ਲਾ ਲੈਣੀ। ਉਸ ਨੂੰ ਕਹਿੰਦੇ ਹਨ ਅਸੰਖ ਚੋਰ ਹਰਾਮਖੋਰ। ਅਸੰਖ ਅਮਰ ਕਰ ਜਾਏ ਜੋਰ। ਹੁਣ ਐਸਾ ਜੋ ਇਨਸਾਨ ਹੈ ਜੋ ਪਾਪ ਦੀ ਕਮਾਈ ਦੇ ਨਾਲ ਬਣਿਆ ਹੈ, ਹੁਣ ਉਹ ਕੀ ਚਾਹੁੰਦਾ ਹੈ? ਇਨਸਾਨ ਦੀ ਪਹਿਲੀ ਕਮਜ਼ੋਰੀ ਜੋ ਹੈ ਧਨ ਹੈ। ਧਨ ਦੀ ਭੁੱਖ ਹੈ ਇਨਸਾਨ ਦੇ ਅੰਦਰ। ਇੱਕ ਦੂਸਰੀ ਕਮਜ਼ੋਰੀ ਵੀ ਹੈ, ਅਸੰਖ ਅਮਰ ਕਰ ਜਾਏ ਜੋਰ। ਅਮਰ ਦਾ ਮਤਲਬ ਹੁੰਦਾ ਹੈ ਆਪਣੇ ਹੁਕਮ ਨੂੰ ਮਨਾਉਣਾ। ਉਹ ਫਿਰ ਆਪਣੀ ਤਾਕਤ ਦੇ ਨਾਲ ਆਪਣੇ ਹੁਕਮ ਨੂੰ ਮਨਾਉਣਾ ਚਾਹੁੰਦਾ ਹੈ। ਇਨਸਾਨ ਦੇ ਵਿੱਚ ਭੁੱਖ ਹੈ। ਸਭ ਤੋਂ ਪਹਿਲਾਂ ਤਾਂ ਇਨਸਾਨ ਚਾਹੁੰਦਾ ਹੈ ਕਿ ਸਾਰੀ ਦੁਨੀਆ ਮੇਰਾ ਹੁਕਮ ਮੰਨੇ। ਜੇ ਦੁਨੀਆ ਨਹੀਂ ਤੇ ਕਮ ਸੇ ਕਮ ਦੇਸ਼ ਮੇਰਾ ਹੁਕਮ ਮੰਨੇ। ਜੇ ਉਹ ਇਸ ਪੱਧਰ ਦਾ ਵੀ ਨਾ ਬਣ ਸਕੇ, ਕਹਿੰਦਾ ਕਮ ਸੇ ਕਮ ਸ਼ਹਿਰ ਵਾਲੇ ਤੇ ਮੇਰਾ ਹੁਕਮ ਮੰਨਣ। ਜੇ ਉਹ ਵੀ ਇਨਕਾਰੀ ਹੋ ਜਾਂਦੇ ਹਨ ਤੇ ਕਹਿੰਦਾ ਹੈ ਕਿ ਮੇਰੇ ਪਰਿਵਾਰ ਵਾਲੇ ਤੇ ਮੇਰਾ ਹੁਕਮ ਮੰਨਣ। ਜੇ ਕਿਤੇ ਪਰਿਵਾਰ ਵਾਲੇ ਵੀ ਬਾਗੀ ਹੋ ਜਾਣ ਤੇ ਇਨਸਾਨ ਦਾ ਨਜ਼ਲਾ ਘਰ ਵਾਲੀ ਤੇ ਗਿਰਦਾ ਹੈ ਕਿ ਹੁਣ ਇਹਨੂੰ ਤੇ ਮੇਰੀ ਜਿਹੜੀ ਗੱਲ ਹੈ ਉਹ ਮੰਨਣੀ ਹੀ ਚਾਹੀਦੀ ਹੈ। ਅਸੰਖ ਅਮਰ ਕਰ ਜਾਏ ਜੋਰ। ਜੋ ਪਾਪੀ ਹੈ, ਜੋ ਚੋਰ ਹੈ, ਜੋ ਇਸ ਤਰ੍ਹਾਂ ਦੀ ਕਮਾਈ ਕਰਕੇ ਜੀਵਨ ਨੂੰ ਜਿਉਂਦਾ ਹੈ, ਉਸ ਦੇ ਮਨ ਦੇ ਵਿੱਚ ਮਾਇਆ ਦੇ ਆਉਣ ਦੇ ਨਾਲ ਜੋ ਰਾਤੋਂ ਰਾਤ ਮਾਇਆ ਆਈ ਹੈ, ਕਿਸੇ ਨੂੰ ਲੁੱਟ ਕੇ ਆਈ ਹੈ, ਉਹ ਜੋ ਮਾਇਆ ਹੈ ਉਹ ਹੰਕਾਰ ਪੈਦਾ ਕਰਦੀ ਹੈ। ਹੰਕਾਰ ਜੋ ਹੈ ਉਹ ਜੇ ਕਿਤੇ ਇਨਸਾਨ ਜਬਰਨ ਹੈ ਤੇ ਕੋਈ ਹੁਕਮ ਨਹੀਂ ਮੰਨਦਾ ਤੇ ਉਸ ਨੂੰ ਜਬਰੀ ਹੁਕਮ ਮਨਾਉਣਾ ਚਾਹੁੰਦਾ ਹੈ। ਚੋਰ ਤਿੰਨ ਤਰ੍ਹਾਂ ਦੇ ਹੁੰਦੇ ਹਨ।
ਇੱਕ ਚੋਰ ਹੈ, ਇੱਕ ਡਾਕੂ ਹੈ। ਗੁਰੂ ਸਾਹਿਬ ਕੁੜਿਆਰ ਦੀ ਗੱਲ ਕਰਨਗੇ। ਕੁੜਿਆਰ ਕੌਣ ਹੈ? ਠੱਗ ਹੈ। ਚੋਰ ਜੋ ਹੈ ਉਹ ਰਾਤ ਦੇ ਅੰਧੇਰੇ ਦੇ ਵਿੱਚ ਚੋਰੀ ਕਰਦਾ ਹੈ। ਡਾਕੂ ਜੋ ਹੈ ਉਹ ਦਿਨ ਵੇਲੇ ਵੀ ਡਾਕਾ ਮਾਰ ਸਕਦਾ ਹੈ ਔਰ ਹਿੱਕ ਤੇ ਬੰਦੂਕ ਰੱਖ ਕੇ ਕਹਿ ਦਿੰਦਾ ਰੱਖ ਦੇ ਜੋ ਹੈ। ਜਿਹੜਾ ਬੇਸ ਹੈ ਇਹਨਾਂ ਤਿੰਨਾਂ ਦਾ, ਉਹ ਬੇਸ ਸਿਰਫ ਧਨ ਹੀ ਹੈ। ਪਰ ਜੋ ਚੋਰ ਹੈ ਉਹ ਰਾਤ ਦੇ ਅੰਧੇਰੇ ਦੇ ਵਿੱਚ ਚੋਰੀ ਕਰਦਾ ਹੈ। ਜੋ ਡਾਕੂ ਹੈ ਉਹ ਦਿਨ ਵੇਲੇ ਵੀ ਡਾਕਾ ਮਾਰਦਾ ਹੈ। ਇਹਨਾਂ ਦਾ ਜਿਹੜਾ ਮੁੱਖ ਮਕਸਦ ਹੈ ਉਹ ਧਨ ਹੀ ਹੈ। ਔਰ ਤੀਸਰਾ ਹੈ ਕੁੜਿਆਰ, ਠੱਗ। ਠੱਗ ਕੌਣ ਹੁੰਦਾ ਹੈ? ਜੋ ਤੁਹਾਡੇ ਨਾਲ ਪ੍ਰੇਮ ਭਾਵ ਪੈਦਾ ਕਰਕੇ ਤੁਹਾਡੇ ਨਾਲ ਪਹਿਲਾਂ ਦੋਸਤੀ ਬਣਾਏ, ਭਰਾ ਬਣੇ, ਤੁਹਾਡੇ ਤੇ ਇਤਨਾ ਵਿਸ਼ਵਾਸ ਤੁਹਾਨੂੰ ਉਹਦੇ ਤੇ ਹੋ ਜਾਏ, ਤੁਸੀਂ ਕਿਤੇ ਜਾਣਾ ਤੇ ਉਹਨੂੰ ਆਪਦੇ ਘਰ ਦੀਆਂ ਚਾਬੀਆਂ ਆਪੇ ਹੀ ਦੇ ਦਿਓ ਕਿ ਆ ਲੈ ਅਸੀਂ ਚੱਲੇ ਹਾਂ, ਤੂੰ ਸਾਡੇ ਘਰ ਦਾ ਖਿਆਲ ਰੱਖੀ। ਔਰ ਜਦੋਂ ਅਸੀਂ ਘਰ ਦੇ ਵਿੱਚ ਵਾਪਸ ਪਰਤਦੇ ਹਾਂ ਤੇ ਸਭ ਕੁਝ ਲੁੱਟਿਆ ਗਿਆ ਹੁੰਦਾ, ਉਸ ਵਕਤ ਉਸ ਦਾ ਪਤਾ ਲੱਗਦਾ ਹੈ ਕਿ ਉਹ ਠੱਗ ਸੀ। ਪਹਿਲਾਂ ਉਸਨੇ ਪਤਾ ਨਹੀਂ ਲੱਗਣ ਦਿੱਤਾ। ਉਹ ਜੋ ਚੀਜ਼ ਹੈ, ਗੁਰੂ ਸਾਹਿਬ ਜੋ ਕਹਿੰਦੇ ਹਨ, ਅਸੰਖ ਚੋਰ ਹਰਾਮ ਖੋਰ, ਅਸੰਖ ਅੰਮ੍ਰਿਤ ਕਰ ਜਾਏ ਜੋਰ, ਜੋ ਹੈ ਉਹ ਜ਼ੋਰ ਦੇ ਨਾਲ ਆਪਣਾ ਹੁਕਮ ਮਨਾਉਣਾ ਚਾਹੁੰਦਾ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਪਿਤਾ ਦੀ ਬਾਣੀ ਪੜ੍ਹਦੇ ਹਾਂ, ਸ਼ਬਦ ਕੋਈ ਇੱਧਰ ਉੱਧਰ ਗਲਤ ਵਰਤਿਆ ਗਿਆ ਹੋਵੇ, ਗੁਰਬਾਣੀ ਦਾ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਕੋਈ ਸ਼ਬਦ ਕਿਸੇ ਹਿਰਦੇ ਨੂੰ ਪ੍ਰਵਾਨ ਨਾ ਹੋਇਆ ਹੋਵੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸਾਧ ਸੰਗਤ ਜੋ ਹੈ ਬਖਸ਼ਣਯੋਗ ਹੈ। ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਿਓ ਪਰਮਾਤਮਾ। ਆਪ ਅਰਦਾਸ ਕਰਨੀ, ਇਸ ਨਿਗੁਣੇ ਨੂੰ ਗੁਣ ਬਖਸ਼ੇ। ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਅਸੀਂ ਗੁਰਸਿੱਖ ਹੋਣ ਦੇ ਨਾਤੇ ਸਾਨੂੰ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਿਆ ਕਹਿਣ ਦੀ ਹਿੰਮਤ ਜ਼ਰੂਰ ਹੋਣੀ ਚਾਹੀਦੀ ਹੈ। ਕਦੇ ਵੀ ਉਹ ਦੋਸਤ ਹੈ, ਉਹ ਮਿੱਤਰ ਹੈ, ਉਹ ਪਿਆਰਾ ਹੈ ਜੋ ਤੁਹਾਡਾ ਔਗਣ ਤੁਹਾਨੂੰ ਦੱਸਦਾ ਹੈ, ਜੋ ਤੁਹਾਡਾ ਔਗਣ ਦੱਸਦਾ ਹੈ, ਉਸ ਮਿੱਤਰ ਦੀ ਕਦੇ ਗੱਲ ਦਾ ਗੁੱਸਾ ਨਾ ਕਰੋ। ਅਸੀਂ ਆਪਣੀ ਜੋ ਹੈ ਹਮੇਸ਼ਾ, ਕਿਉਂਕਿ ਇਨਸਾਨ ਜੋ ਹੈ ਉਹ ਚਾਹੁੰਦਾ ਹੈ ਕਿ ਪ੍ਰਸ਼ੰਸਾ ਮੇਰੀ ਹੋਵੇ, ਲੇਕਿਨ ਨਿੰਦਿਆ ਜੋ ਹੈ ਉਹ ਦੂਸਰੇ ਦੀ ਹੋਵੇ। ਪਰ ਆਪਣੀ ਨਿੰਦਿਆ ਸੁਣਨੀ ਪ੍ਰਵਾਨ ਨਹੀਂ ਹੈ। ਪਰ ਐਸੇ ਦੋਸਤ ਨਾਲੋਂ ਦੁਸ਼ਮਣ ਖਰਾ ਹੈ ਜੋ ਮੂੰਹ ਦੇ ਉੱਤੇ ਤੁਹਾਡੀ ਗੱਲ ਕਰੇ, ਤੁਹਾਡੇ ਔਗਣ ਨੂੰ ਦੱਸੇ, ਤਾਂ ਕਿ ਇਨਸਾਨ ਆਪਣੇ ਔਗਣਾਂ ਨੂੰ ਹੈ ਉਹ ਆਪਣੇ ਔਗਣਾਂ ਤੋਂ ਉੱਪਰ ਉੱਠ ਕੇ ਗੁਣਾਂ ਵੱਲ ਵੱਧ ਸਕੇ। ਜੇ ਤੁਸੀਂ ਕਿਸੇ ਦਾ ਔਗਣ ਨਹੀਂ ਦੱਸੋਗੇ, ਉਸ ਨੂੰ ਕਦੇ ਪਤਾ ਨਹੀਂ ਲੱਗੇਗਾ। ਦਾਸ ਦੀ ਵੀ ਇਹ ਬੇਨਤੀ ਹੈ, ਅਗਰ ਕਿਤੇ ਕਿਸੇ ਮੇਰੇ ਵੀਰ, ਮੇਰੀ ਭੈਣ, ਕਿਸੇ ਬੱਚੇ ਨੇ ਕਿਸੇ ਦਾ ਕਿਸੇ ਸ਼ਬਦਾਂ ਦੇ ਨਾਲ ਕਿਤੇ ਦਿਲ ਦੁਖ ਗਿਆ ਹੋਵੇ, ਜਾਂ ਮੇਰੀ ਕੋਈ ਗਲਤੀ ਹੋਵੇ, ਜਾਂ ਗੁਰਬਾਣੀ ਪੜ੍ਹਦਿਆਂ ਮੈਨੂੰ ਜ਼ਰੂਰ ਦੱਸਣਾ, ਕਿਉਂਕਿ ਇਹਦੇ ਨਾਲ ਇਨਸਾਨ ਆਪਣੇ ਆਪ ਦੇ ਵਿੱਚ ਸੁਧਾਰ ਕਰ ਸਕਦਾ ਹੈ। ਜੇ ਅਸੀਂ ਗਲਤੀ ਦੂਸਰੇ ਨੂੰ ਨਹੀਂ ਦੱਸਾਂਗੇ, ਉਸ ਨੂੰ ਕਦੇ ਪਤਾ ਨਹੀਂ ਲੱਗਣਾ। ਇਸ ਲਈ ਇਹ ਨਹੀਂ ਅਸੀਂ ਫੁੱਲ ਨੂੰ ਫੁੱਲ ਤੇ ਕਹਿ ਦਿੰਦੇ ਹਾਂ ਪਰ ਕੰਡੇ ਨੂੰ ਕੰਡਾ ਨਹੀਂ ਕਹਿੰਦੇ। ਇਹ ਹਿੰਮਤ ਵੀ ਗੁਰਸਿੱਖ ਨੇ ਰੱਖਣੀ ਹੈ, ਤਾਂ ਕਿ ਅਸੀਂ ਆਪਣਾ ਆਲਾ ਦੁਆਲਾ, ਆਪਣੇ ਆਪ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਸੁਧਾਰ ਸਕੀਏ। ਜੋ ਤੁਹਾਡੀ ਉਹ ਨਿੰਦਿਆ ਨਹੀਂ ਹੁੰਦੀ, ਜੋ ਤੁਹਾਡੇ ਮੂੰਹ ਤੇ ਕੋਈ ਗੱਲ ਕਹਿੰਦਾ ਕਿ ਆਹ ਚੀਜ਼ ਜਿਹੜੀ ਹੈ ਗਲਤ ਹੈ, ਉਸ ਨੂੰ ਅਸੀਂ ਤਾਂ ਕਿ ਸੁਧਾਰ ਸਕੀਏ, ਆਪਣੇ ਜੀਵਨ ਨੂੰ ਸੁਧਾਰ ਕੇ ਉਸ ਪਿਤਾ ਦੇ ਚਰਨਾਂ ਨਾਲ ਲਾ ਸਕੀਏ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਬਾਬਾ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Yeah.